जे जनानी पिछे जहाज अगवा करने वाले इतने टिकटा ले सकते तो जहाज अगवा टेस्ट वास्ट करके लगे उन्होंने प्यार क्यों नहीं? चंगे ट्रेंड सारे का नहीं। ਹੁਣ ਤਾਂ ਫਿਰ ਉਹਨਾਂ ਨੂੰ ਕਰਵਾਇਆ ਕਿਤੇ ਬਿਆਨ ਦਿੱਤਾ ਦੂਜੇ ਦਿਨ ਚਾਲੂ ਹੋ ਗਏ। ਮੈਂ ਆਖਿਆ ਚੰਗਾ ਮੇਰੇ ਇਸ ਤਰ੍ਹਾਂ ਬੰਦ ਰੱਖਣਗੇ ਤੇ ਸਸਤੇ ਹੋ ਜਾਣਗੇ ਸਾਰੇ ਲੈ ਲੈਣਗੇ ਕਿ ਲੈਣੀ ਫਿਰ ਦੱਸੋ। ਅਸੀਂ ਵੀ ਇਹੀ ਸੋਚਿਆ ਜੀ। ਅਕਾਲੀ ਦਲ ਨੇ ਕਹਿ ਦਿੱਤਾ ਕਿ ਉਹ ਖਾਲਿਸਤਾਨ ਨਹੀਂ ਮੰਗਦੇ ਤੇ ਨਹੀਂ ਚਾਹੁੰਦੇ। ਕੀ ਤੁਸੀਂ ਖਾਲਿਸਤਾਨ ਦੀ ਮੰਗ ਨੂੰ ਠੀਕ ਸਮਝਦੇ ਹੋ? ਮੈਂ ਨਾ ਤਾਂ ਖਾਲਿਸਤਾਨ ਦੀ ਹਮਾਇਤ ਕਰਦਾ ਨਾ ਵਿਰੋਧ ਕਰਦਾ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ। ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ ਰਹਿਣਾ, 2 ਨੰਬਰ ਦੇ ਬਣ ਕੇ ਨਹੀਂ ਰਹਿਣਾ। ਇਹ ਹੁਣ ਸੈਂਟਰ ਸਾਨੂੰ ਦੱਸੇ ਇਹ ਨਾਲ ਰੱਖਣਾ ਜਾਂ ਨਹੀਂ ਰੱਖਣਾ, ਇਹ ਕੰਮ ਸੈਂਟਰ ਦਾ ਹੈ। ਮੈਂ ਕੋਈ ਚੌਂਕੀਦਾਰ ਨਹੀਂ ਵੀ ਉਹਨਾਂ ਦਾ ਕੰਮ ਮੈਂ ਕਰਾਂ। ਅਸੀਂ ਨਾਲ ਰਹਿਣਾ ਚਾਹੁੰਦੇ ਹਾਂ ਅਤੇ ਜੇ ਸਾਨੂੰ ਖਾਲਸਾ ਉਹਨੇ ਦੇ ਦਿੱਤਾ ਅਤੇ ਖੇੜੇ ਮੱਥੇ ਪ੍ਰਵਾਨ ਕਰਾਂਗੇ। ਜਿਹੜੇ ਬੇੜੀਆਂ 'ਚ ਵੱਟੇ ਬਲਦੇਵ ਸਿੰਘ ਨੇ ਪਾਏ ਐਰ ਕੀ ਨਹੀਂ ਪੈਣ ਦੇਣਾ। ਇਹ ਦੱਸੋ ਪੜ੍ਹ ਕੇ ਕੀ ਲਿਖਿਆ? ਕਰਦਾ ਤੇ ਨਾ ਮੈਂ ਵਿਰੋਧ। ਮੇਰਾ ਦ੍ਰਿਸ਼ਟੀਕੋਣ ਇਹ ਹੈ ਕਿ ਅਸੀਂ ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ। ਇਹਦੇ ਬਾਰੇ ਅੱਖਰ ਮੇਰੇ ਉਹਨੇ ਲਿਖਦੇ ਭਾਵੇਂ ਕਾਗਜ਼ ਹੋਰ ਕਾਲਾ ਹਮਾਇਤ ਕਰਦਾ ਹਾਂ ਤੇ ਨਾ ਵਿਰੋਧ। ਨਾ ਮੈਂ ਹਮਾਇਤ ਨਹੀਂ ਫੇਰ ਲਿਖਣੇ ਨਾ ਮੈਂ ਹਮਾਇਤ ਕਰਦਾ ਹਾਂ ਨਾ ਵਿਰੋਧ। ਹਿੰਦੁਸਤਾਨ ਵਿੱਚ ਰਹਿਣਾ ਚਾਹੁੰਦੇ ਹਾਂ। ਹਿੰਦੁਸਤਾਨ ਵਿੱਚ ਰਹਿਣਾ ਬਰਾਬਰ ਦੇ ਸ਼ਹਿਰੀ ਬਣ ਕੇ ਚਾਹੁੰਦਾ ਹਾਂ ਨਹੀਂ ਗਾ ਚਾਹੁੰਦੇ ਹਾਂ। ਚਾਹੁੰਦੇ ਬਹੁਵਚਨ ਸਾਰੇ ਸਿੱਖਾਂ ਦੀ ਗੱਲ ਹੈ। ਹਾਂਜੀ ਬਰਾਬਰ ਦੇ ਸ਼ਹਿਰੀ ਬਣ ਕੇ ਗੁਲਾਮ ਬਣ ਕੇ ਨਹੀਂ। ਇਹ ਸਾਨੂੰ ਇੱਕ ਮਿੰਟ ਠਹਿਰ ਗਏ ਸੈਂਟਰ ਗੌਰਮੈਂਟ ਦੱਸੇ ਸਾਨੂੰ ਸਿੱਖਾਂ ਨੂੰ ਨਾਲ ਰੱਖਣਾ ਜਾਂ ਨਹੀਂ ਰੱਖਣਾ। ਅਕਾਲੀ ਦਲ ਨੇ ਕੁਰਬਾਨੀ ਲਈ ਮਰਜੀਵੜਿਆਂ ਦੀ ਸੂਚੀ ਤਿਆਰ ਕੀਤੀ ਹੈ ਪਰ ਤੁਹਾਡੇ ਪਾਸ ਵੱਖਰਾ ਭਰਤੀ ਦਾ ਰਜਿਸਟਰ ਹੈ। ਤੁਹਾਡੀ ਤੇ ਅਕਾਲੀ ਦਲ ਦੀ ਭਰਤੀ ਦਾ ਫਰਕ ਕੀ ਹੈ? ਇਹ ਅਕਾਲੀ ਦਲ ਨੂੰ ਪੁੱਛੋ। ਜਿਹੜਾ ਮੇਰਾ ਤਰੀਕਾ ਮੈਂ ਤਰੀਕਾ ਆਪਣਾ ਦੱਸ ਦਿੰਦਾ। ਅਕਾਲੀ ਦਲ ਦਾ ਅਕਾਲੀ ਦਲ ਨੂੰ ਪੁੱਛਣਾ। ਮੈਂ ਆਪਣੀ ਜ਼ਿੰਮੇਵਾਰੀ ਲੈ ਸਕਦਾ। ਅਸੀਂ ਇਹ ਕਹਿ ਕੇ ਭਰਤੀ ਕਰਾਉਂਦੇ ਹਾਂ। ਪਹਿਲਾਂ ਤਾਂ ਪੁੱਛੀਦਾ ਵੀ ਤੂੰ ਘਰੇ ਫਤਿਹ ਬੁਲਾਇਆ ਪੱਪੂ ਤੇ ਮੰਮੀ ਨੂੰ ਖੀਰਦੀ ਕਿ ਨਹੀਂ। ਜੇ ਤੂੰ ਕਹਿ ਰਹੇ ਬੁਲਾਇਆ ਤੇ ਫਿਰ ਉਹਨੂੰ ਆਖਿਆ ਤੂੰ ਨਾਂ ਲਿਖਵਾ ਦੇ। ਤੇ ਜਿਹਨੇ ਪੱਪੂ ਤੇ ਮੰਮੀ ਨੂੰ ਜਾ ਕੇ ਫਤਿਹ ਬੁਲਾਉਣੀ ਹੁੰਦੀ ਉਹਨੂੰ ਆਖਿਆ ਤੂੰ 6 ਮਹੀਨੇ ਅੜਕ ਕੇ ਆ ਜੀ। ਹਾਂਜੀ ਫਿਰ ਨਾਲ ਇਹ ਕਹੀਦਾ ਵੀ ਜਿਹਨੇ MLA ਦੀ ਟਿਕਟ ਲੈਣੀ ਹੈ ਉਹ ਥੱਲੇ ਲਿਖਵਾ ਦੇ। ਮੇਰੇ ਕੋਲ ਟਿਕਟ ਵਾਲਾ ਥਾਂ ਹੈ ਨਹੀਂ ਕੋਈ। ਜਿਹਨੇ ਮੁੰਡਾ ਕੁੜੀ ਚੇਅਰਮੈਨ ਲਾਉਣਾ ਜਾਂ ਕਿਸੇ BA BEd ਵਿੱਚ ਕੋਈ ਦਾਖਲਾ ਦਵਾਉਣਾ ਮੇਰੇ ਕੋਲ ਕੋਈ ਹੈ ਨਹੀਂ ਗਾ। ਉਹ ਥੱਲੇ ਮੇਰੇ ਕੋਲ ਤਾਂ ਇਹ ਹੈ ਇਹਨੇ ਭੈਣਾਂ ਦੀ ਲੁੱਟੀ ਅੱਜ ਤੇ ਸ਼ਹੀਦਾਂ ਦਾ ਪੀਤਾ ਖੂਨ ਤੇ ਗੁਰੂ ਦੀ ਕੀਤੀ ਬੇਅਦਬੀ ਉਹਨਾਂ ਤੋਂ ਹੱਕ ਲੈਣਾ ਹੈ ਅਤੇ ਸੀਸ ਤਾਲੀ 'ਤੇ ਰੱਖ ਕੇ ਸੜਕ 'ਤੇ ਤੁਰਨਾ ਉਹ ਮੇਰੇ ਕੋਲ ਲਿਖਵਾ ਦਿਓ। ਸਾਡੇ ਕੋਲ ਲਾਲਚ ਹੈ ਨਹੀਂ 72 ਹੂਰਾਂ ਅਤੇ ਅੰਗੂਰਾਂ ਦੀ ਸ਼ਰਾਬ ਮਿਲੂਗੀ। ਇਹ ਹੈ ਨਹੀਂ ਜੇ 72 ਹੂਰੇ ਮਿਲ ਲਾਂਗੇ ਫਿਰ ਕੀ ਬਣੂ। ਇਹ ਕਹਿ ਕੇ ਲਿਖਵਾਈ ਦਾ। ਜਿਹਦਾ ਚਿੱਤ ਕਰਦਾ ਲਿਖਵਾ ਦਿੰਦਾ। ਜਿਹਦਾ ਨਹੀਂ ਚਿੱਤ ਮੰਨਦਾ ਵੀ ਮੇਰੇ ਕੋਲ ਤਾਕਤ ਨਹੀਂ ਜਾਂ ਮੈਂ ਕਰ ਨਹੀਂ ਸਕਦਾ ਉਹ ਨਹੀਂ ਵੀ ਲਿਖਾਉਂਦਾ। ਬਾਕੀ 16 ਤੋਂ ਲੈ ਕੇ 40 ਸਾਲ ਦੀ ਉਮਰ ਤੱਕ ਬਹੁਤਿਆਂ ਦਾ ਨਾਂ ਨਾ ਲਿਖਿਆ। ਐਲਾਨ ਮੈਂ ਕੀਤਾ ਨਹੀਂ ਗਾ ਨਾ ਯਾਰ ਮੇਰੇ ਵੱਲੋਂ ਕਰਿਓ ਅਖਬਾਰ 'ਚ ਨਾ ਦੇ ਦਾਂਗਾ। ਐਲਾਨ ਮੈਂ ਨਹੀਂ ਕੀਤਾ ਪਰ ਫਿਰ ਵੀ ਮਾਰ ਦੀ ਕਿਰਪਾ ਨਾਲ 32,000 ਤੇ 700 ਕੋਲ 35 ਹੋ ਗਏ। ਨਾ ਲਿਖ ਦੇਣੀ ਵੀ ਕਿ ਮੈਂ ਫਿਰ ਅਕਾਲੀ ਦਲ ਦੇ ਦਫ਼ਤਰ 'ਚ ਭੇਜ ਦਿੰਦਾ ਕਿਉਂਕਿ ਉਹ ਦਫ਼ਤਰ ਵਾਲੀ ਲਿਖਤ ਸੰਤ ਜੀ ਕੋਲ ਮਗਰੋਂ ਆਉਂਦੀ ਹੈ ਦਰਬਾਰ ਕੋਲ ਪਹਿਲਾਂ ਜਾਂਦੀ ਹੈ। ਇਸ ਵਾਸਤੇ ਮੈਂ ਵੱਖਰੀ ਲਿਖੀ ਹੈ। ਹਾਂ ਲਿਖੀ ਸੰਤਾਂ ਨੂੰ ਪੁੱਛ ਕੇ ਲਿਖਣ ਦਾ ਕਾਰਨ ਇਹ ਬਣਿਆ ਕਿ ਜਿਵੇਂ ਹੁਣ ਪੰਡਾਲ ਭਰਿਆ ਹੁਣ ਤਾਂ ਬਹੁਤ ਥੋੜ੍ਹੇ ਇੱਥੇ ਤਿਲ ਸਿੱਟ ਨੂੰ ਥਾਂ ਨਹੀਂ ਸਾਰੇ ਨਾਨਕ ਨਾਲ ਸੂਚਨਾ ਤੱਕ ਸੀ। ਲਿਖੇ ਮੈਂ ਤਾਂ ਸੰਗਤ ਵੀਰ ਗਈ ਸੀ ਅੜ ਗਈ ਸੀ ਵੀ ਅਸੀਂ ਥੱਲੇ ਨਹੀਂ ਲਿਖਾਉਣਾ ਗਾ। ਲਿਖਾਉਣਾ ਤੇਰੇ ਕੋਲ ਲਿਖਾਉਣਾ ਅਤੇ ਜੇ ਨਹੀਂ ਤਾਂ ਅਸੀਂ ਘਰ ਨੂੰ ਜਾਂਦੇ ਹਾਂ। ਫਿਰ ਮੈਂ ਕਦੇ ਬੈਠੇ ਮੈਂ ਸੰਤਾਂ ਕੋਲ ਜਾ ਕੇ ਦਫ਼ਤਰ 'ਚ ਪੁੱਛ ਕੇ ਆਇਆ ਵੀ ਸੰਗਤ ਤਾਂ ਸੁਭਾਅ ਬਣਾਈ ਬੈਠੀ ਦੱਸੋ ਕੀ ਕਰੀਏ। ਜੇ ਤੁਸੀਂ ਕਹੋ ਤਾਂ ਮੈਂ ਲਿਖ ਲਵਾਂ। ਜੇ ਕੱਲ੍ਹ ਨੂੰ ਕਹੇ ਆਪਦਾ ਅਕਾਲੀ ਦਲ ਵੱਖਰਾ ਬਣਾਉਂਦਾ ਫਿਰਦਾ ਅਤੇ ਫਿਰ ਤੁਸੀਂ ਆਪਦਾ ਨੂੰ ਤਾਂ ਲਿਖਵਾ ਲਓ ਜੇ ਲਿਖਦੇ ਤੇ। ਸੰਤ ਕਹਿੰਦੇ ਲਿਖ ਲਾ ਅਤੇ ਲਿਖ ਕੇ ਅਤੇ ਉਹਨਾਂ ਦੇ ਨਾਂ ਦਫ਼ਤਰ 'ਚ ਭੇਜ ਦੇ। ਮੈਂ ਕਿਹਾ ਜੀ ਮੇਰਾ ਜਵਾਬ ਹੈ। ਕਹਿੰਦੇ ਕਿਉਂ? ਮੈਂ ਤੁਹਾਡੇ ਕੋਲ ਰਿਪੋਰਟ ਪਿੱਛੋਂ ਆਉਣੀ ਹੈ ਉੱਥੋਂ ਵਾਲਿਆਂ ਦੀ ਅਤੇ ਉੱਥੇ ਪਹਿਲਾਂ ਜਾਣੀ ਹੈ ਅਤੇ ਜਿਹੜੇ ਮੇਰੇ ਰਜਿਸਟਰ ਦੁਆਰਾ ਤੁਹਾਡੇ ਕੋਲ ਆਏ ਅਤੇ ਉਹ ਦਿਨ ਚੜ੍ਹਦੇ ਨੂੰ ਸਾਰੇ ਜੇਲ੍ਹ 'ਚ ਹੋਣੇ ਆ। ਹਾਂ ਮੈਂ ਇੱਕ ਸ਼ਰਤ 'ਤੇ
ਤੁਹਾਨੂੰ ਯਕੀਨ ਦਿਵਾਉਣਾ ਵੀ ਜਿੱਦੇ ਤੁਸੀਂ ਮਰਜ਼ੀ ਬੜੇ ਇਕੱਠੇ ਕਰਕੇ ਕਿਸੇ ਪਾਸੇ ਤੋਰਨੇ ਹੈ 32,000 ਤੇ ਕੁਝ ਸੈਂਕੜੇ ਦੇ ਹਿਸਾਬ ਨਾਲ ਮੇਰੇ ਕੋਲ ਨਾਂ ਆਏ ਹੈ ਹਾਂਜੀ ਤੇ ਤੁਸੀਂ ਜਿਹੜਾ 1,15,000 ਲਿਖਿਆ ਉਹ ਇੱਕ ਪਾਸੇ ਤੁਸੀਂ ਕਲਿਆਰ 32,000 ਚ ਲੈਣ ਲੱਗ ਕੇ ਮੈਂ ਕਲਿਆਰ ਦੂੰਗਾ ਬੰਦੇ ਗਏ ਨੇ ਬੰਦੇ ਮੈਂ ਦੇ ਦੂੰ ਪੂਰੇ ਲਿਸਟ ਨਹੀਂ ਦੇਣੀ ਕਿਉਂਕਿ ਇੱਥੇ ਹੁੰਦਾ ਵੀ ਜੇ ਤਾਂ ਤੂੰ ਯੂਥ ਵਿੰਗ ਨਾਲ ਦੱਸ ਜੇ ਉਹ ਕਹਦੇ ਮੈਂ ਯੂਥ ਵਿੰਗ ਨਾਲ ਤੇ ਪੁਲਿਸ ਨੂੰ ਟੈਲੀਫੋਨ ਜਾਂਦਾ ਛੱਡ ਦਿਓ ਜੇ ਉਹ ਕਹਦੇ ਮੈਂ ਫੈਡਰੇਸ਼ਨ ਨਾਲ ਕਹਿੰਦੇ ਕਿਤਾਬਾਂ ਚਾੜੋ ਇੱਕ ਟੈਲੀਫੋਨ ਜਾਂਦਾ ਲਿਸਟ ਕਿਵੇਂ ਦੇ ਦੱਸਣਾ 32,000 ਹੋਵੇ ਗਾਹ ਹੀ ਬੰਦ ਕਰਤਾ ਲਿਖਣਾ ਨਾ ਤਾਂ ਅਖਬਾਰ 'ਚ ਕੱਢਿਆ ਸੰਗਤ ਨੂੰ ਅਜੇ ਕੋਈ ਪਤਾ ਨਹੀਂ ਨਹੀਂ ਮਤਲਬ ਕਿਹਾ ਨਹੀਂ ਅਸੀਂ 10,000 ਤਾਂ ਫੌਜੀ ਆ ਨਾ ਹੀ ਨਹੀਂ ਕਿਸੇ ਦਾ ਲਿਖਿਆ ਠੀਕ ਹੈ 10,000 ਫੌਜੀ ਆ ਪੱਕਾ ਜਰਨੈਲ ਮੇਜਰ ਕਰਨਲ ਮਿਲਦੇ ਸਾਰੇ ਉਹਨਾਂ ਦੇ ਉਹ ਹੀ ਗੁਪਤ ਰੱਖੇ ਆ ਲਿਖੇ ਨਹੀਂ ਹੈ ਮੈਂ ਕਿਹਾ ਲਿਖਿਆ ਕੀ ਪਤਾ ਕੋਈ ਵਿੱਚੋਂ ਹੀ ਬੇਈਮਾਨ ਚੁੱਕ ਕੇ ਦੇ ਦੇਵੇ ਲਿਸਟ 10,000 ਤੇ 10,000 ਦੇ 10,000 ਕੋਲੇ 1,000 ਐਲਾਨ ਮੇਰਾ ਹੈ ਕਿ ਬੰਬ ਤੋਪ ਗ੍ਰਨੇਡ ਬ੍ਰੇਨ ਗਨ ਜੋ ਰੱਖੀ ਰੱਖੋ ਬਹਿ ਜਾਓ ਭਾਈ ਸਭ ਪੁੱਛਣਾ ਸਭ ਕਰਦੇ ਹੋ ਕਿ ਵਰਤਮਾਨ ਸਮੇਂ ਵਿੱਚ ਨਿਰਾਲਾ ਸਿੱਖ ਰੂਪ ਖਤਰੇ ਵਿੱਚ ਹੈ ਕੀ ਬਹੁ ਗਿਣਤੀ ਦੇ ਫਿਰਕਾ ਪਰਸਤ ਸਿੱਖਾਂ ਨੂੰ ਆਪਣੇ ਵਿੱਚ ਜਜ਼ਬ ਕਰਨ ਦੀਆਂ ਸਾਜ਼ਿਸ਼ਾਂ ਕਰ ਰਹੇ ਹਨ ਇਸ ਦੇ ਟਾਕਰੇ ਤੁਸੀਂ ਕਿਸ ਤਰ੍ਹਾਂ ਦੀ ਕਾਰਵਾਈ ਸੋਚਦੇ ਹੋ ਇਹ ਅਨੁਭਵ ਕਰ ਲਿਆ ਹੈ ਜੋ ਤੁਸੀਂ ਪ੍ਰਸ਼ਨ ਕੀਤਾ ਉਹ ਠੀਕ ਹੈ ਜਿਹੜੀ ਬਹੁ ਗਿਣਤੀ ਉਹ ਘੱਟ ਗਿਣਤੀ ਨੂੰ ਆਪਣੇ ਜਜ਼ਬ ਕਰਕੇ ਖਤਮ ਕਰਨਾ ਚਾਹੁੰਦੀ ਉਹ ਹੈ ਨਹੀਂ ਭਸਮ ਕਰਨਾ ਚਾਹੁੰਦੀ ਹੈ ਇਹਦੇ ਟਾਕਰੇ ਵਾਸਤੇ ਵਿਸ਼ੇਸ਼ ਤੌਰ ਤੇ ਸਿੱਖ ਕੌਮ ਦੀ ਇਕੱਤਰਤਾ ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ ਵਿਸ਼ੇਸ਼ ਤੌਰ ਤੇ ਸਿੱਖ ਜਗਤ ਦੀ ਇਕੱਤਰਤਾ ਸਮੁੱਚੇ ਤੌਰ ਤੇ ਮਾਨਵਤਾ ਦਾ ਪਿਆਰ ਪ੍ਰਾਪਤ ਕਰਨਾ ਇੱਕ ਤਾਂ ਇਹ ਖਤਰਾ ਹੈ ਵੀ ਦੁਨਿਆਵੀ ਪੱਖ ਤੋਂ ਪਰ ਧਾਰਮਿਕ ਪੱਖ ਤੋਂ ਮੁੱਖ ਰੱਖ ਕੇ ਮੈਂ ਖਤਰਾ ਬਹੁਤਾ ਪ੍ਰਤੀਤ ਮਹਿਸੂਸ ਨਹੀਂ ਕਰਦਾ ਰਾਜਨੀਤੀ ਪੱਖ ਤੋਂ ਹੈ ਧਾਰਮਿਕ ਪੱਖ ਤੋਂ ਮੈਂ ਬਹੁਤਾ ਮਹਿਸੂਸ ਇਸ ਵਾਸਤੇ ਨਹੀਂ ਕਰਦਾ ਕਿ ਡਰ ਬੱਕਰੀਆਂ ਤੇ ਭੇਡਾਂ ਨੂੰ ਹੁੰਦਾ ਸ਼ੇਰਾਂ ਨੂੰ ਨਹੀਂ ਆਪਾਂ ਕਰਾਂਗੇ ਘਰ ਦੇ ਪੋਤਾਂ ਕਿਸੇ ਬੁੱਢੀ ਚਲੀ ਹਮਾਰੇ ਸਿੱਖਾਂ ਬਾਰੇ ਤੁਹਾਡੀ ਕੀ ਰਾਏ ਹੈ ਕੀ ਉਹ ਸ਼੍ਰੀਮਤੀ ਇੰਦਰਾ ਗਾਂਧੀ ਨੂੰ ਖੁਸ਼ ਕਰਨ ਲਈ ਅਕਾਲੀ ਲੀਡਰਸ਼ਿਪ ਤੇ ਤੁਹਾਡੇ ਵਿਰੁੱਧ ਬਿਆਨ ਦੇ ਰਹੇ ਹਨ ਉਹਨਾਂ ਦੀ ਸੋਚ ਵੱਖਰੀ ਹੈ ਜਾਂ ਉਹ ਨਿੱਜੀ ਸਵਾਰਥੀ ਨੇ ਕਾਂਗਰਸ ਵਿੱਚ ਜਿਹੜੇ ਤਾਂ ਸਿੱਖ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਦੇ ਆ ਸੱਚਾਈ ਦੇ ਤੌਰ ਤੇ ਮੈਂ ਉਹਨਾਂ ਦਾ ਸਤਿਕਾਰ ਵੀ ਕਰਦਾ ਤੇ ਜਿਹੜੇ ਸਿੱਖ ਇੰਦਰਾ ਦੀਆਂ ਚਪਲੀਆਂ ਝਾੜਨ ਦੇ ਸ਼ੌਕੀਨ ਹੈ ਉਹਨਾਂ ਨੂੰ ਮੈਂ ਸਿੱਖ ਨਹੀਂ ਸਮਝਦਾ ਬਟੂਪੀ ਸਮਝਦਾ ਹਾਂ ਇੱਕ ਗੱਲ ਨਿਸ਼ਚੇ ਨਾਲ ਕਹਿ ਦਿੰਦਾ ਕਿ ਮੰਤਰੀ ਮੰਡਲ ਵਿੱਚ ਜੋ ਹੈ ਜਨਤਾ ਵਿੱਚ ਕਾਂਗਰਸੀ ਨਹੀਂ ਜਿਹੜੇ ਮੰਤਰੀ ਮੰਡਲ ਵਿੱਚ ਹੈ ਉਹਨਾਂ ਨੂੰ ਮੈਂ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਹੀ ਨਹੀਂ ਮੰਨਦਾ ਸਿੱਖ ਉਹਨਾਂ ਨੂੰ ਇੰਦਰਾ ਦੇ ਮੰਨਦਾ ਜਿਹਦਾ ਤੂੰ ਨਾ ਬਹੁਤਾ ਬੋਲਿਆ ਘਰੇ ਹਟ ਜਾਣਗੇ ਜਿਹਦਾ ਮੈਂ ਸਬੂਤ ਦੇਣਾ ਚਾਹੁੰਦਾ ਲਾਲਾ ਜਗਤ ਨਾਰਾਇਣ ਦੀ ਮੌਤ ਹੋਈ ਮੈਥੋਂ ਬਿਨਾਂ ਅਕਾਲੀ ਮੰਡਲ ਨੇ ਵੀ ਕਾਂਗਰਸੀ ਮੰਡਲ ਨੇ ਸਾਰੇ ਨੇ ਅਫਸੋਸ ਕੀਤਾ ਸ੍ਰੀ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਨੂੰ ਅੱਗ ਲੱਗ ਗਈ ਲਾ ਦਿੱਤੀ ਗਈ ਰਾਜ ਵਾਲਿਆਂ ਵੱਲੋਂ ਹਿੰਦੁਸਤਾਨ ਦਾ ਇੱਕ ਵੀ ਕਾਂਗਰਸੀ ਬਾਂਹ ਖੜੀ ਕਰਕੇ ਕਹੇ ਜਿਹਨੇ ਨਿਖੇਧੀ ਕੀਤੀ ਹੈ ਸਾਰੇ ਹਿੰਦੁਸਤਾਨ ਦੇ ਉੱਥੋਂ ਸਿੱਧ ਹੁੰਦਾ ਵੀ ਇਹ ਗੁਰੂ ਗ੍ਰੰਥ ਸਾਹਿਬ ਦੇ ਸਿੱਖ ਨਹੀਂ ਇੰਦਰਾ ਦੀਆਂ ਚਪਲੀਆਂ ਦੇ ਸਿੱਖ ਸਵਰਨ ਸਾਹਿਬ ਨੇ ਮੈਂ ਉੱਥੇ ਇਹੀ ਦੱਸਿਆ ਜੀ 80 ਮਿੰਟ ਦੀ ਟੇਪ ਹੋ ਗਈ ਬੜਾ ਹੈ ਤੇ ਮੈਨੂੰ ਖੋਲ੍ਹ ਚੁੱਕੀ ਨਹੀਂ ਕਹਿਲ ਹੋਇਆ ਮੈਂ ਉਹਨੇ ਇਹ ਪੁੱਛਿਆ ਸੀ ਕਿ ਤੂੰ ਇੰਦਰਾ ਦਾ ਸਿੱਖ ਹੈ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਕਿ ਆਏ ਬੈਠਾ ਸੀ ਪਹਿਲਾਂ ਉਹ ਆਏ ਬਹਿ ਗਿਆ ਮੈਨੂੰ ਇਹ ਕੀ ਮੈਂ ਪੁੱਛਿਆ ਤੂੰ ਇੰਦਰਾ ਦਾ ਸਿੱਖ ਹੈ ਕਿ ਗੁਰੂ ਗ੍ਰੰਥ ਸਾਹਿਬ ਦਾ ਸਿੱਖ ਹੈ ਕਹਿੰਦਾ ਤੈਨੂੰ ਸ਼ੱਕ ਹੈ ਮੈਂ ਕਿਹਾ ਮੈਨੂੰ ਤਾਂ ਸ਼ੱਕ ਨਹੀਂ ਸੀ ਮੈਨੂੰ ਤਾਂ ਨਿਸ਼ਚੈ ਵੀ ਤੂੰ ਇੰਦਰਾ ਦਾ ਸਿੱਖ ਹੈ ਤੂੰ ਦੱਸ ਕੀ ਹੈ ਅਸੀਂ 5 ਜਾਣੇ ਸੀ ਸਵਰਨ ਸਿੰਘ ਬਲਵੰਤ ਸਿੰਘ ਲੱਡੂ ਪਿੰਡ ਸਾਹਿਬ ਕਖ ਜਾਣੀ ਸੀ
ਖਜ਼ਾਨਾ ਮੰਤਰੀ ਤੇ ਹੁੰਦਲ ਤੇ ਭਾਨਸ ਦੇ ਦੌਰ ਪੰਜੇ ਸੀ ਅਸੀਂ। ਮੈਨੂੰ ਕਹਿਣ ਲੱਗਾ ਜੀ ਮੈਂ ਗੁਰੂ ਕਾ ਸਿੱਖ ਹਾਂ। ਮੈਂ ਜੋ ਮੈਂ ਤੈਨੂੰ ਕਹੀ ਜਾਣਾ ਤੂੰ ਇੰਦਰਾ ਦਾ ਸਿੱਖ ਹੈ, ਤੂੰ ਗੁਰੂ ਕਾ ਸਿੱਖ ਕਿਵੇਂ? ਆਂਦਾ ਮੈਂ ਅੱਗੇ ਸੁਣਿਆ ਸੀ ਤੁਸੀਂ ਕਰੜੇ ਬਹੁਤ ਅੱਜ ਵੇਖ ਲਿਆ। ਮੈਂ ਚੱਲ ਚੰਗਾ, ਪਰ ਮੈਂ ਕਿਹਾ ਇਹਨਾਂ ਦੱਸ ਵੀ ਤੁਸੀਂ ਸੱਚ ਨੂੰ ਕਰੜਾ ਮੰਨਦੇ ਕਿ ਝੂਠ ਨੂੰ? ਜਿਹੜਾ ਸੱਚ ਨੂੰ ਕਰੜਾ ਮੰਨਦੇ ਮੈਂ ਪੂਰਾ ਸਖਤ ਹੈ, ਜੇ ਝੂਠ ਨੂੰ ਮੰਨਦੇ ਝੂਠ ਸਿੱਧ ਕਰਕੇ ਨਾ ਦੱਸੋ। ਫਿਰ ਆਹ ਮਿਸਾਲ ਦਿੱਤੀ ਸੀ। ਮੈਂ ਤੂੰ ਲਾਲੇ ਦੀ ਨਿਖੇਧੀ ਕੀਤੀ ਕਿ ਨਾ ਕੀਤੀ ਹੈ? ਮੈਂ ਗੁਰੂ ਗ੍ਰੰਥ ਸਾਹਿਬ ਦੇ ਸੜ ਜਾਣ ਦੀ ਨਿਖੇਧੀ ਕੀਤੀ ਆ? ਕਹਿੰਦਾ ਨਹੀਂ। ਤੇ ਮੈਂ ਫਿਰ ਕਿਉਂ? ਆਂਦਾ ਜੀ ਉਹਨੇ ਇੱਥੇ ਚਾਤਰਤਾ ਵਰਤੀ। ਆਂਦਾ ਇਹ ਅਣਗਹਿਲੀ ਹੈ। ਉਹ ਪੜ੍ਹਿਆ ਲਿਖਿਆ ਵਾਵਾ ਨਾ। ਆਂਦਾ ਅਣਗਹਿਲੀ ਹੈ। ਮੈਂ ਕਿਹਾ ਆਪਾਂ ਹੁਣ ਕੱਢ ਲੈਂਦੇ ਹਾਂ। ਆਂਦਾ ਅਣਗਹਿਲੀ ਹੈ, ਗਲਤੀ ਨਹੀਂ, ਮੈਂ ਹੁਣ ਸੂਰ ਕਰ ਲੈ ਕੇ ਦੱਸੋ। ਮੈਂ ਕਿਹਾ ਬੈਠੇ ਪ੍ਰੈਸ ਵਾਲੇ ਬਾਹਰ ਤੇ ਉਹਨਾਂ ਨੂੰ ਸੱਦ ਲਿਆ ਇੱਥੇ ਤੇ ਬਿਆਨ ਦੇ ਦੇ ਵੀ ਮੈਥੋਂ ਅਣਗਹਿਲੀ ਹੋ ਗਈ ਹੈ ਤੇ ਮੈਂ ਆਪਣੇ ਇਸ ਦਾ ਹੱਕ ਲਵਾਂਗਾ। ਕਹਿੰਦਾ ਜੀ ਮਜਬੂਰੀ ਹੈ। ਮੈਂ ਕਿਹਾ ਇੰਦਰਾ ਦਾ ਸਿੱਖ ਹੈ। ਐਵੇਂ ਨਹੀਂ ਜਾ ਕੇ ਉਹਨੇ ਬਾਹਰ ਸੱਚ ਲਿਖ ਦਿੱਤਾ ਸਾਰਾ ਕੁਝ। ਅਣਗਹਿਲੀ ਤੋਂ ਦੂਰ ਕਰ ਲਓ, ਕਿਹੜਾ ਜੋਰ ਲੱਗਣਾ। ਅਕਾਲੀ ਦਲ ਹਮੇਸ਼ਾ ਮੰਗ ਕਰਦਾ ਹੈ ਰਾਸ਼ਟਰਪਤੀ ਸਿੱਖ ਬਣਾਓ, ਸਿੱਖਾਂ ਨੂੰ ਵਜ਼ੀਰੀਆਂ ਦਿਓ, ਰਾਜ ਭਾਗ ਵਿੱਚ ਹਿੱਸਾ ਦਿਓ, ਸਭ ਥਾਈਂ ਅਸੀਂ ਹਿੱਸਾ ਮੰਗਦੇ ਹਾਂ। ਕੀ ਸਰਕਾਰ ਵਿੱਚ ਕੁਝ ਸਿੱਖਾਂ ਨੂੰ ਉੱਚ ਪਦਵੀਆਂ ਦੇਣ ਨਾਲ ਸਿੱਖ ਕੌਮ ਨੂੰ ਪ੍ਰਤੀਨਿਧਤਾ ਮਿਲ ਜਾਂਦੀ ਹੈ? ਕੀ ਇਸ ਨਾਲ ਸਿੱਖਾਂ ਦਾ ਕੋਈ ਮਸਲਾ ਹੱਲ ਹੁੰਦਾ ਹੈ? ਜੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਮੰਨਣ ਵਾਲਾ ਤੇ ਉਸੇ ਆਸ਼ ਤੇ ਚੱਲਣ ਵਾਲਾ ਹੋਵੇ ਤੇ ਫੇਰ ਹੋ ਸਕਦਾ ਹੈ। ਤੇ ਜਿਹੜਾ ਗੁਰੂ ਦਾ ਬਹਾਨਾ ਬਣਾ ਕੇ ਤੇ ਕੁਰਸੀ ਦਾ ਮਾਲਕ ਬਣ ਕੇ ਤੇ ਮੁੜ ਕੇ ਜਨਾਨੀਆਂ ਚੱਪਲਾਂ ਝਾੜਨ ਦਾ ਸ਼ੌਕੀਨ ਹੋ ਜਾਵੇ, ਉਹ ਤੇ ਕੋਈ ਲਾਭ ਨਹੀਂ ਸਕਦਾ। ਦੂਜੀ ਇਤਿਹਾਸਕ ਮਿਸਾਲ ਹੈ, ਜੇ ਜਹਾਂਗੀਰ ਦੇ ਟਾਈਮ ਵਿੱਚ ਗਿਆਨੀ ਜ਼ੈਲ ਸਿੰਘ ਨਾਲੋਂ 10 ਗੁਣਾ ਤਾਕਤ ਰੱਖਣ ਵਾਲਾ ਦੀਵਾਨ ਚੰਦ ਚੰਦੂ, ਉਹਦੇ ਟਾਈਮ ਵਿੱਚ ਕਿੰਨੇ ਕਿੰਨੇ ਹਜ਼ਾਰ ਗਈਆਂ ਹਿੰਦੂਆਂ ਦੀਆਂ ਛੜਾ ਕੇ ਪੱਗ ਵਾਲੇ ਲਿਆਏ ਨਾ। ਫਿਰ ਹਿੰਦੂ ਕਿਉਂ ਪਿੱਟੀ ਜਾਂਦੇ ਆ ਕਿ ਮੁਸਲਮਾਨਾਂ ਨੇ ਸਾਡੀ ਇੱਜ਼ਤ ਲੁੱਟ ਲਈ? ਗਿਆਨੀ ਜ਼ੈਲ ਸਿੰਘ ਵਾਲੇ ਥਾਂ ਤੇ ਸੀ ਉਹ, ਹੁਣ ਛੜਾ ਲੈਣੀਆਂ ਚਾਹੀਦੀਆਂ, ਫਿਰ ਕਿਉਂ ਮੁਸਲਮਾਨਾਂ ਨੂੰ ਗਾਲਾਂ ਕੱਢਦੇ ਆ? ਜੇ ਇੱਕ ਬੰਦੇ ਨੂੰ ਦੁਨੀਆ ਵਿੱਚੋਂ ਖਰੀਦ ਕੇ ਪਦਵੀ ਦੇ ਕੇ ਬਾਕੀ ਦਿੰਦੇ ਇੱਜ਼ਤ ਲੁੱਟੀ ਜਾਣੀ ਬਹਾਨਾ ਬਣਾ ਕੇ, ਉਹਦੇ ਨਾਲ ਕੌਮ ਤਾਂ ਸੰਤੁਸ਼ਟ ਨਹੀਂ ਹੋ ਸਕਦੀ। ਇਹ ਮਿਸਾਲ ਇੱਕੋ ਦਿੱਤੀ ਹੈ, ਵੈਸੇ ਤਾਂ ਹੋਰ ਬਥੇਰੀਆਂ ਹੋਈਆਂ। ਸਿੱਖ ਇੱਕ ਵੱਖਰੀ ਕੌਮ ਹੈ, ਚਰਚਾ ਹੈ, ਤੁਸੀਂ ਇਸ ਬਾਰੇ ਕੀ ਕਹਿਣਾ ਚਾਹੁੰਦੇ? ਲਿਖ ਕੇ ਵਾਚ ਕੇ ਲਿਖ ਲੈ ਤੇ ਸਮਾਨ। ਸਿੱਖ ਪਹਿਲਾਂ ਕਿਹੜੇ ਪੱਖ ਤੋਂ ਦੱਸਾਂ? ਰਾਜਨੀਤੀ ਤੋਂ ਦੱਸਣਾ, ਧਰਮ ਤੋਂ ਫਿਰ ਦੱਸ ਦੂੰਗਾ, ਪਰ ਪਹਿਲਾਂ ਮੈਨੂੰ ਧਰਮ ਤੋਂ ਦੱਸਣੀ ਚਾਹੀਦੀ ਕਿਉਂਕਿ ਮੈਂ ਧਰਮੀ ਹਾਂ। ਧਾਰਮਿਕ ਪੱਖ ਤੋਂ ਭਾਈ ਗੁਰਦਾਸ ਜੀ ਦੀ ਰਚਨਾ ਦੁਆਰਾ ਸਿੱਖ ਵੱਖਰੀ ਕੌਮ ਹੈ। ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਸੋ ਆਪਣਾ ਪੰਥ ਨਿਰਾਲਾ, ਮਾਰਿਆ ਸਿੱਕਾ ਜਗਤ ਵਿੱਚ ਨਾਨਕ ਨਿਰਮਲ ਪੰਥ ਚਲਾਇਆ। ਸ਼ਬਦ ਜਿੱਤੀ ਸਿੱਧ ਮੰਡਲੀ, ਸ਼ਬਦ ਜਿੱਤੀ ਸਿੱਧ ਮੰਡਲੀ ਕੀਤੋ ਆਪਣਾ ਪੰਥ ਨਿਰਾਲਾ। ਹੋ ਗਿਆ 10ਵੇਂ ਪਾਤਸ਼ਾਹ ਤੋਂ ਲਿਖ ਲਓ। ਜਬਲਾ ਖਾਲਸਾ ਰਹਿ ਨਿਆਰਾ, ਤਬ ਲਗ ਤੇਜ ਦਿਓ ਮੈਂ ਸਾਰਾ, ਜਾਵੇ ਗਹਿ ਵਿਪਰਨ ਕੀ ਰੀਤ, ਮੈਂ ਨਾ ਕਰੋ ਇਨ ਕੀ ਪ੍ਰਤੀਤ। ਸਰਬਲੋ ਗ੍ਰੰਥ ਸਿੰਘੋ ਇੱਕ ਮਿੰਟ ਹਾਂਜੀ। ਇਸ ਵਾਸਤੇ ਵੀ ਸਿੱਖ ਵੱਖਰੀ ਕੌਮ ਹੈ। ਬਾਕੀ ਸਿੱਖ ਮੁੱਢ ਹੈ, ਬਾਕੀ ਟਹਿਣੀਆਂ ਪਤਰਿਆਦਿਕ। 33 ਕਰੋੜ ਦੇਵਤਾ, 9 ਕਰੋੜ ਦੇਵੀ, 1.25 ਲੱਖ ਪੈਗੰਬਰ, 64 ਜੋਗਨੀਆਂ, 52 ਬੀਰ, 84 ਸਿੱਧ, 6 ਜਤੀ, 9 ਨਾਥ, 10 ਗੁਰੂ, ਇੱਕ ਵੀ ਬਿਨਾਂ ਕੇਸਾਂ ਤੋਂ ਨਹੀਂ। ਤੇ ਸਿੱਖ ਦੀ ਨਿਸ਼ਾਨੀ ਹੈ ਮੁੱਢਲੀ ਕੇਸ ਦੌੜਾ। ਕੇਸ ਦੌੜਾ ਪੱਗ ਹੋਵੇ ਸਰਦਾਰ ਕਹਿਣਗੇ, ਟੋਪੀ ਧੋਤੀ ਜਨੇਊ ਤੇ ਤਿਲਕ ਹੋਵੇ ਹਿੰਦੂ ਕਹਿਣਗੇ, ਸੁੰਨਤ ਕੀਤੀ ਹੋਵੇ ਬਾਂਗਾਂ ਦੇ ਨਾਲ ਤੇ ਮੁਸਲਮਾਨ ਕਹਿਣਗੇ। ਦੁਨੀਆ ਵਿੱਚ ਬਿਨਾਂ ਸਿੱਖ ਤੋਂ ਮੈਨੂੰ ਜਨਮ ਲੈਂਦਾ ਵਿਖਾ ਦਿਓ ਕੋਈ। ਜਨਮ ਸਿੱਖ ਲੈਂਦਾ, ਮੁੜ ਕੇ ਮੁੰਨ ਕੇ ਬਣਾਈਦੇ ਆ। ਕੈਂਚੀ ਨਾਲ ਕੇਸ ਨਾ ਕੱਟੋ, ਬੋਦੀ ਨਾ ਬਣਾਓ ਤੇ ਸਿੱਖ।
ਕੈਂਚੀ ਨਾਲ ਸੁਨਤ ਨਾ ਕਰੋ, ਲਵਾ ਨਾ ਕੱਟੋ ਤੇ ਤਾਂ ਵੀ ਸਿੱਖ। ਜਿਹੜੀ ਨਿਰਵੈਰ ਸ਼ਕਤੀ ਜਿਹਨੂੰ ਅੱਲਾ, ਖੁਦਾ, ਅਕਾਲ, ਵਾਹਿਗੁਰੂ, ਮਿਹਰਬਾਨ, ਕਰੀਮ, ਰਹੀਮ ਇਹ ਅੱਖਰ ਵਰਤੀ ਦੇ, ਰਾਮ ਕ੍ਰਿਸ਼ਨ ਵਰਤੀ ਦਾ, ਉਹ ਨਿਰਵੈਰ ਸ਼ਕਤੀ ਇੱਕ ਹੈ ਨਾ। ਇੱਕ ਨਿਰਵੈਰ ਸ਼ਕਤੀ ਨੇ ਕੁੱਲ ਨੂੰ ਸਿੱਖੀ ਸਰੂਪ ਵਿੱਚ ਪ੍ਰਗਟ ਕੀਤਾ। ਤੇ ਸਿੱਖ ਵੱਖਰੀ ਕੌਮ ਨਾਂ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਆ। ਇਹ ਹੁਣ ਤਾਂ ਕੰਨ ਜਿਹਾ ਥੋੜਾ ਜਿਹਾ ਹਿਲਾਉਂਦਾ, ਗੱਲ ਕਿਤੇ ਬੈਠ ਕੇ ਸਭਾ 'ਚ ਕੀਤੀ ਹੋਈ ਨਾ ਤੇ ਫਿਰ ਪਤਾ ਲੱਗਣਾ ਦੀ ਕੀਮਤ ਕੀ ਆ। ਵੱਡੇ ਤੋਂ ਵੱਡੇ ਫਿਲਾਸਫਰ ਕੋਲ ਕਹਿ ਰਹੇ ਜਿਹੜਾ ਮੁੰਡਾ ਪਿਓ ਨਾਲ ਨਹੀਂ ਰਲਦਾ, ਕੀ ਕਹੀਦਾ? ਕੋਈ ਨਾ ਕੋਈ ਕਿਸੇ ਦੇਵਤੇ ਗੁਰੂ ਪੀਰ ਦਾ ਤਾਂ ਹੈ ਨਾ, ਚਾਹੇ ਕਿਸੇ ਸੁਭਾਅ ਦਾ ਹੈ। ਕੋਈ ਐਸਾ ਦੇਵਤਾ ਪੀਰ ਨਹੀਂਗਾ ਜਿਹਦੇ ਕੇਸ ਕੱਟੇ ਦੀ ਦਾੜੀ ਮੁੰਨੀ ਹੈ। ਜਿਹੜਾ ਉਹਦੇ ਪਿਓ ਨੂੰ ਨਹੀਂ ਮੰਨਦਾ ਤੇ ਦੂਜਿਆਂ ਨਾਲ ਕਿਸ ਵਾਰ ਨੂੰ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ਼ਟ ਕਰਕੇ ਸਿੱਖ ਵੱਖਰੀ ਕੌਮ ਹੈ। ਇਹ ਲਿਖਣ ਵਾਲੀਆਂ ਗੱਲਾਂ ਹੁਣ ਤੇਰੇ ਯਾਦ ਨਹੀਂ ਰਹਿਣੀਆਂ ਮੁੜ ਕੇ। ਇਸ਼ਟ ਕਰਕੇ ਗੀਤਾ ਦੇ 18 ਅਧਿਆਇ, ਕੁਰਾਨ ਦੇ 30 ਸਿਪਾਰੇ ਹੈ। 30 ਸਿਪਾਰਿਆਂ ਵਿੱਚ ਹਿੰਦੂ ਨੂੰ ਥਾਂ ਨਹੀਂ ਤੇ 18 ਅਧਿਆਇਆਂ ਵਿੱਚ ਮੁਸਲਮਾਨ ਨੂੰ ਕੋਈ ਥਾਂ ਨਹੀਂ। ਸਤਿਗੁਰੂ ਗ੍ਰੰਥ ਸਾਹਿਬ ਦੇ ਵਿੱਚ ਮੁਸਲਮਾਨ ਫਰੀਦ ਜੀ ਬੈਠੇ ਹੈ, ਜਲਾਹਾ ਕਬੀਰ ਜੀ ਬੈਠੇ ਆ, ਨਾਮਦੇਵ ਸ਼ੀਂਬਾ ਬੈਠੇ ਆ, ਜੈਦੇਵ ਬ੍ਰਾਹਮਣ ਬੈਠੇ ਆ, ਸੈਣ ਨਾਈ ਬੈਠੇ ਆ, ਧੰਨਾ ਜੱਟ ਬੈਠਾ, ਪੀਪਾ ਰਾਜਾ ਬੈਠਾ ਤੇ ਵੇਸ ਵਾਲਾ ਪੇਸ਼ਾ ਤੱਕ ਪਿਆ ਕੇ ਗਨਕਾ ਵੀ ਬੈਠੇ ਆ, ਕਸਾਈ ਪੁਣੇ ਦਾ ਪਿਆ ਕਰਕੇ ਸਦਨਾ ਵੀ ਵਿੱਚ ਬੈਠਾ ਹੈ। ਹਾਂਜੀ, ਹਰੀਜਨ ਵਿੱਚ ਬਾਲਮੀਕੀ ਵਿੱਚ ਬੈਠਾ। ਇੱਥੇ ਕਿਹੜਾ ਜੀ ਨੂੰ ਥਾਂ ਨਹੀਂ ਦਿੱਤਾ। ਇਸੇ ਵਾਸਤੇ ਕਿਹਾ ਕਬੀਰ ਜੀ ਦਰ ਆਪ ਜਾਤਿਓ ਹਟਕਾ ਨਾ ਹੀ ਕੋਏ, ਸੋ ਦਰ ਕੈਸੇ ਛੋੜੀਏ ਜੋ ਦਰ ਐਸਾ ਹੋਏ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਇਸ਼ਟ ਕਰਕੇ ਵੀ ਬਾਕੀ ਜਿਤਨੀ ਰਚਨਾ ਰਚੀ ਹੈ ਅਸੀਂ ਸਭ ਦਾ ਸਤਿਕਾਰ ਕਰਦੇ ਹਾਂ। ਰਮਾਇਣ ਰਾਮਚੰਦਰ ਦੇ 10,000 ਅਵਤਾਰ, 10,000 ਵਰਾ ਅਵਤਾਰ ਧੰਨ ਤੋਂ ਪਹਿਲਾਂ ਰਚੀ ਤੇ ਕੁਰਾਨ ਮੁਹੰਮਦ ਦੇ ਪ੍ਰਲੋਕ ਗਮਨ ਤੋਂ 400 ਸਾਲ ਪਿੱਛੋਂ ਲਿਖੀ। ਇੱਕ ਚਿੱਠੀ ਤੁਸੀਂ ਲਿਖਾਉਂਦੇ ਆ ਤੇ ਸੰਤੋਖ ਤੋਂ ਲਿਖਦਾ ਤੇ ਇੱਕ ਤੁਸੀਂ ਬੋਲ ਕੇ ਚਲੇ ਜਾਂਦੇ ਤੇ ਮੈਂ ਪਿੱਛੋਂ ਲਿਖਦਾ ਤੇ ਇੱਕ ਤੁਸੀਂ ਦਿੱਲੀੋਂ ਆਏ, ਤੁਹਾਡੇ ਆਉਣ ਤੋਂ ਪਹਿਲਾਂ ਤੁਹਾਡੇ ਨਾਂ ਤੇ ਲਿਖੀ ਗਈ ਹੈ। ਸਹੀ ਚਿੱਠੀ ਕਿਹੜੀ ਹੋਊਗੀ? ਜਿਹੜੀ ਤੁਸੀਂ ਹੁਣ ਲਿਖਵਾਈ ਉਹ ਕਿ ਜਿਹੜੀ ਪਿੱਛੋਂ ਤੇ ਜਾਂ ਪਹਿਲਾਂ ਸੀ? ਉਹ ਬੋਲਦਾ ਨਹੀਂ, ਤੇਰਾ ਨਾਂ ਨਹੀਂ, ਮੈਂ ਬੁਲਾ ਕੇ ਦੱਸਣਾ। ਮੈਂ ਤੁਹਾਡੇ ਇੱਕੋ ਇੱਕ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਆ ਦੁਨੀਆ ਵਿੱਚ ਜਿਹੜੀ ਗੁਰੂ ਨੇ ਆਪ ਕੰਠੋਂ ਉਚਾਰੀ, ਆਪ ਲਿਖਵਾਈ ਤੇ ਫਿਰ ਆਪ ਸੁਣੀ ਕੋਲ ਬੈਠ ਕੇ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਦੁਨੀਆ ਦਾ ਚੱਕਰ ਕੱਟ ਲਓ, ਮਸੀਤ, ਗਿਰਜਾ, ਮੰਦਰ, ਕਿਸੇ ਸਥਾਨ ਤੇ ਤੁਹਾਨੂੰ ਲੰਗਰ ਨਹੀਂ ਮਿਲੇਗਾ। ਲੰਗਰ ਮਿਲੇਗਾ ਤੇ ਇੱਕ ਗੁਰੂ ਦੇ ਦਰ ਤੋਂ ਮਿਲੇਗਾ। ਇਸ ਵਾਸਤੇ ਸਿੱਖ ਵੱਖਰੀ ਕੌਮ ਹੈ। ਹਾਂਜੀ, ਹਿੰਦੂ ਦੇ ਘਰ ਵਾਲੀ ਜਨੇਊ ਨਹੀਂ ਪਾ ਸਕਦੀ, ਟੋਪੀ ਨਹੀਂ ਰੱਖ ਸਕਦੀ, ਚੋਟੀ ਨਹੀਂ ਰੱਖ ਸਕਦੀ। ਮੁਸਲਮਾਨ ਦੇ ਘਰ ਵਾਲੀ ਮੱਕੇ ਦੀ ਜ਼ਿਆਰਤ ਨਹੀਂ ਕਰ ਸਕਦੀ ਗੀ। ਮਸੀਤ ਵਿੱਚ ਨਮਾਜ਼ ਨਹੀਂ ਪੜ੍ਹ ਸਕਦੀ। ਜੇ ਪੜ੍ਹ ਸਕਦੀ ਹੈ ਤੇ ਸਾਨੂੰ ਚ ਪਰਦਾ ਪਾ ਕੇ ਪੜ੍ਹ ਸਕਦੀ ਹੈ, ਸਾਹਮਣੇ ਨਹੀਂ ਪੜ੍ਹ ਸਕਦੀ। ਤੇ ਤੁਹਾਡੇ ਕੋਲ 2 ਬੱਚੇ ਪੜ੍ਹਨ ਆਉਂਦੇ ਆ, ਇੱਕ ਇੱਥੇ ਬੈਠ ਕੇ ਪੜ੍ਹਦਾ, ਇੱਕ ਨੂੰ ਕਹਿੰਦੇ ਉੱਥੇ ਨੀਚੇ ਰਹਿ ਤੇ ਸਾਡੇ ਮੱਥੇ ਨਾ ਲੱਗੀ, ਥੱਲੇ ਰਹੋ। ਮੁੰਡਾ ਐਮ ਧਿਆਨ ਵਿੱਚ ਪਾਸ ਕਿਹੜਾ ਹੋਵੇਗਾ? ਜਿਹੜਾ ਤੁਹਾਡੇ ਕੋਲ ਬੈਠ ਕੇ ਪੜ੍ਹਦਾ ਉਹ ਕਿ ਜਿਹਨੂੰ ਤੁਸੀਂ ਮੱਥੇ ਨਹੀਂ ਲਾਇਆ ਉਹ? ਕੋਈ ਇਧਰ ਵੀ ਦੱਸ ਕਿਹੜਾ ਪਾਸ? ਜਿਹੜਾ ਕੋਲ ਬੈਠ ਕੇ ਪੜ੍ਹਦਾ ਉਹੀ ਨਾ। ਤੇ ਜਿਹੜੇ ਧਰਮ ਵਿੱਚ ਇਹ ਹੈ ਕਿ ਜਨਾਨੀ ਸਾਡੇ ਮੱਥੇ ਨਹੀਂ ਲੱਗ ਸਕਦੀ, ਮੇਰੀ ਪੂਜਾ ਨਹੀਂ ਕਰ ਸਕਦੀ, ਉਹਨੂੰ ਤੇ ਨੂੰ ਕੌਣ ਭੇਜੂ? ਮਰਦ ਤਾਂ ਪੁੱਜ ਗਿਆ। ਇਹ ਇੱਕ ਗੁਰੂ ਕਾ ਦਾਰਾ ਜਿਹਦੇ ਚ ਲਿਖਿਆ ਨਰ ਮਨੁੱਖਾਂ ਨੂੰ ਏਕ ਨਿਧਾਨਾ। ਗੁਰਬਾਣੀ ਦੀ ਪੰਕਤੀ ਹੈ, ਨਰ ਮਨੁੱਖਾਂ ਨੂੰ ਏਕ ਨਿਧਾਨਾ, ਸਾਂਝਾ ਖਜ਼ਾਨਾ ਦਿੱਤਾ। ਜੇ ਅੰਮ੍ਰਿਤ ਪੀਣਾ ਤੇ ਜਿੱਥੇ